वाहिगुरु जी का खालसा वाहिगुरु जी की फतेह। सतगुरु पातशाह साहब जी दे पावन दरबार दियां हाज़रियां भरदियां गुरु पातशाह साहब जी दे अपने ही निज पावन स्वरूप शब्द नाल चित ला के जद आप सावधान ते इकाग्र चीत होए जुड़ मिल बैठे हो पातशाह गुरुदेव जी दियां बेअंत महरहमतां ते वडियाइयां जो सत संगत विच सदा वरतदियां ने आप उन्हां दे सांझी ते धारणी होयो। किरपालता करना, अपने निर्मल हिरदे चों अरदास करना जो गुरु पातशाह साहब जी रहमत करन। अपनी सिक्ख्यादायक साखी पढ़न सुनन ते विचारन दा बल बख्शण, विचार दा प्रवाह ते बोलण दा ताण बख्शण। एक बार आसीस दिंदियां ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਨੇ ਕਿਰਪਾ ਕੀਤੀ ਹੈ। ਸੰਪੂਰਨ ਦਿਵਸ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਏ। ਸੰਧਿਆ ਕੇ ਸਮੇਂ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਮਹਾਰਾਜ ਨੇ ਰਹਿਮਤ ਕੀਤੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਕੀ ਹੀ ਅੰਮ੍ਰਿਤਮਈ ਸਿੱਖਿਆ ਨੂੰ ਪੜ੍ਹਦਿਆਂ ਸੁਣਦਿਆਂ ਵਾਚਦਿਆਂ ਵਿਚਾਰਦਿਆਂ ਅਸੀਂ ਹੁਣ ਤੱਕ ਦਰਸ਼ਨ ਕਰ ਰਹੇ ਸਾਂ ਕਿ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਲੋਧੀ ਨਗਰ ਦੇ ਬਾਹਰਵਾਰ, ਜਿਹਨੂੰ ਅਸੀਂ ਆਮ ਤੌਰ 'ਤੇ ਆਪਣੀ ਭਾਸ਼ਾ 'ਚ ਸ਼ਮਸ਼ਾਨ ਕਹਿ ਦਿੰਦੇ ਹਾਂ, ਇਹਨਾਂ ਥਾਵਾਂ 'ਤੇ ਬੈਠੇ ਨੇ। ਮਹਾਰਾਜ ਜੀ ਦੇ ਬਾਬਤ ਨਗਰ ਦੇ ਵਿੱਚ ਅਤੇ ਨਵਾਬ ਦੌਲਤ ਖਾਨ ਦੀ ਕਚਹਿਰੀ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱਠਦੀਆਂ ਰਹਿੰਦੀਆਂ ਨੇ, ਚਰਚਾਵਾਂ ਹੁੰਦੀਆਂ ਰਹਿੰਦੀਆਂ ਨੇ। ਕੋਈ ਚੰਗਾ ਕਹਿੰਦਾ ਹੈ, ਕੋਈ ਮੰਦਾ ਕਹਿੰਦਾ ਹੈ, ਕੋਈ ਜਾਣਦਾ ਹੈ, ਕੋਈ ਨਹੀਂ ਜਾਣਦਾ। ਜਿਹਨੂੰ ਅਸੀਂ ਆਮ ਤੌਰ 'ਤੇ ਕਹਿ ਦਿੰਦੇ ਜਿੰਨੇ ਮੂੰਹ ਓਨੀਆਂ ਗੱਲਾਂ ਨੇ। ਇਹਨਾਂ ਦੇ ਵਿੱਚ ਪਿੱਛੇ ਅਸੀਂ ਵਾਚਦੇ ਸਾਂ ਕਿ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਨੇ ਕਚਹਿਰੀ ਵਿੱਚ ਇੱਕ ਅਪੀਲ ਪਾਈ ਸੀ ਵੀ ਜਿਹੜੇ ਨਾਨਕ ਜੀ ਦੀ ਰਕਮ ਮੋਦੀ ਖਾਨੇ 'ਚੋਂ ਬਕਾਇਆ ਬਚਦੀ ਹੈ ਉਹ ਉਹਨਾਂ ਦੇ ਪੁੱਤਰਾਂ ਨੂੰ ਤੇ ਘਰ ਵਾਲੇ ਨੂੰ ਦਿੱਤੀ ਜਾਏ। ਨਵਾਬ ਨੇ ਕਿਹਾ ਵੀ ਉਹ ਰਕਮ ਦੇਣ ਵਾਸਤੇ ਉਹਨਾਂ ਮਨਾ ਕੀਤਾ ਹੈ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਇਹ ਰਕਮ ਤੁਸਾਂ ਨੇ ਜਿੱਥੇ ਕਿਤੇ ਫਕੀਰ ਹੋਣ ਭਾਵ ਲੋੜਵੰਦ ਹੋਣ ਉਹਨਾਂ 'ਚ ਵੰਡਣੀ ਹੈ, ਇਸ ਕਰਕੇ ਮੈਂ ਇਹ ਰਕਮ ਤੁਹਾਨੂੰ ਨਹੀਂ ਦੇ ਸਕਦਾ। ਅਤੇ ਉਹਨਾਂ ਨੇ ਅੱਗੋਂ ਕਿਹਾ ਜੀ ਦੇਖੋ ਤੁਸੀਂ ਘਰ ਬਾਰ ਛੱਡ ਬੈਠੇ ਅਤੇ ਬਾਬਰਾ ਹੋ ਗਿਆ, ਦੀਵਾਨਾ ਹੋ ਗਿਆ। ਬੜੇ ਤਰ੍ਹਾਂ ਤਰ੍ਹਾਂ ਦੇ ਬੋਲ ਲੋਕ ਵੀ ਬੋਲਦੇ ਸਨ ਅਤੇ ਸਹੁਰਾ ਸਾਹਿਬ ਜੀ ਤੋਂ ਵੀ ਬਚਨ ਸੁਣੇ। ਅਤੇ ਨਵਾਬ ਦੌਲਤ ਖਾਨ ਥੋੜ੍ਹਾ ਜਿਹਾ ਸਿਆਣਾ ਸੀ, ਕਹਿਣ ਲੱਗਾ ਮੈਂ ਤੁਹਾਡੀ ਗੱਲ ਨਹੀਂ ਮੰਨਦਾ, ਕਿਉਂਕਿ ਤੁਸੀਂ ਇੱਕ ਧਿਰ ਹੋ ਅਤੇ ਜਦੋਂ ਗੱਲ ਕਚਹਿਰੀ 'ਚ ਆਉਂਦੀ ਹੈ ਅਤੇ ਅਪੀਲ ਵਾਸਤੇ ਦੋ ਧਿਰਾਂ ਦੀ ਗੱਲ ਸੁਣਨੀ ਬਣਦੀ ਹੈ। ਮੈਂ ਕੀ ਕਰਾਂ? ਵਿਚਾਰ ਕਰਦੇ ਆਪਣੇ ਸਹਾਇਕ, ਜਿਹਨੂੰ ਅਸੀਂ ਆਪਾਂ ਸਲਾਹਕਾਰ ਕਹਿੰਦੇ ਹਾਂ, ਆਪਣੇ ਸਲਾਹਕਾਰ ਯਾਰ ਖਾਨ ਨੂੰ ਪੁੱਛਿਆ ਵੀ ਕੀ ਕਰੀਏ। ਯਾਰ ਖਾਨ ਨੇ ਕਿਹਾ ਜੀ ਸਭ ਤੋਂ ਬਿਹਤਰ ਤਰੀਕਾ ਇਹ ਹੈ, ਅਸੀਂ ਆਪਣੇ ਤਰੀਕੇ 'ਤੇ ਪੜਤਾਲ ਕਰਦੇ ਹਾਂ ਕਿ ਜੋ ਇਹ ਕਹਿੰਦੇ ਨੇ ਜਾਂ ਹੋਰ ਵੀ ਲੋਕ ਕਹਿੰਦੇ ਨੇ ਵੀ ਨਾਨਕ ਜੀ ਦੇਖੋ ਬਾਬਰੇ ਹੋ ਗਏ, ਦੇਖੋ ਜੀ ਸ਼ਮਸ਼ਾਨਾਂ 'ਚ ਬੈਠੇ ਨੇ, ਕੋਈ ਭੂਤਨਾ ਆ ਗਿਆ, ਕੋਈ ਛਾਇਆ ਹੋ ਗਈ ਜਾਂ ਕੋਈ ਸੱਟ ਲੱਗ ਗਈ ਹੈ ਤਾਂ ਦਿਮਾਗ ਦੀ ਤਵਾਜ਼ਨ ਵਿਗੜ ਗਿਆ ਹੈ। ਇਹਦਾ ਅਸੀਂ ਆਪਣੇ ਤਰੀਕੇ ਦੇ ਨਾਲ ਪੜਤਾਲ ਕਰ ਲਈਏ ਅਤੇ ਜੇ ਸਾਡਾ ਪੜਤਾਲੀਆ ਦੱਸ ਦੇਵੇ ਕਿ ਹਾਂ ਇਹੋ ਜਿਹੀ ਕੋਈ ਗੱਲਬਾਤ ਹੈ ਅਤੇ ਫਿਰ ਅੱਗੇ ਸੋਚਿਆ ਜਾ ਸਕਦਾ ਹੈ।
ਤੇ ਜਿੰਨਾ ਚਿਰ ਅਸੀਂ ਆਪਣੇ ਤਰੀਕੇ ਦੇ ਨਾਲ ਆਪਣੇ ਪੱਧਰ ਤੇ ਪੜਤਾਲ ਨਹੀਂ ਕਰ ਲੈਂਦੇ, ਉਹਨਾਂ ਚਿਰ ਫੈਸਲਾ ਰਾਖਵਾਂ ਰੱਖ ਛੱਡੋ। ਇਹ ਇੱਕ ਧਿਰ ਹੈ, ਦੂਜੇ ਬਾਰੇ ਸਾਨੂੰ ਪਤਾ ਨਹੀਂ। ਫਿਰ ਪੜਤਾਲ ਦੇ ਵਾਸਤੇ ਕੌਣ ਜਾਏ? ਨਾਨਕ ਜੀ ਦੀ ਪੜਤਾਲ ਕੌਣ ਕਰੇ? ਉਸ ਪੱਧਰ ਤੇ ਮੁੱਲਾਂ ਲੋਕ ਇਸ ਕੰਮ ਵਾਸਤੇ ਉਦੋਂ ਵਰਤੇ ਜਾਂਦੇ ਸਨ ਕਿਉਂ ਕਿਤੇ ਉਹ ਸਿਆਣੇ ਮੰਨੇ ਜਾਂਦੇ। ਦੂਸਰੇ ਕੁਰਾਨ ਆਦਿਕ ਦੇ ਨਾਲ ਨਾਲ ਉਹ ਕੁਝ ਜਾਦੂ ਟੋਣੇ ਇਲਮ ਵੀ ਕਰਦੇ। ਇੱਕ ਮੁੱਲਾਂ ਦੀ ਡਿਊਟੀ ਲਗਾਏਗੀ ਵੀ ਤੂੰ ਜਾ ਕੇ ਪਤਾ ਕਰ ਕਿ ਨਾਨਕ ਤੇ ਕੋਈ ਛਾਇਆ ਹੋਈ ਹੈ, ਕੋਈ ਵਾਧਾ ਘਾਟਾ ਭੂਤ ਪ੍ਰੇਤ ਵਾਲਾ ਕੰਮ ਹੈ, ਜਾਂ ਉਹਨਾਂ ਦੀ ਜੋ ਇਹ ਕਹਿੰਦੇ ਨੇ ਕਿ ਸੱਟ ਪੇਟ ਲੱਗ ਗਈ ਤਾਂ ਕੋਈ ਫਰਕ ਹੈ, ਕਿ ਉਹ ਹੋਸ਼ ਵਿੱਚ ਹੈ ਨਹੀਂ ਜਾਂ ਇਹਨਾਂ ਦੇ ਮੁਤਾਬਕ ਉਹ ਬਾਬਰੀ ਅਵਸਥਾ 'ਤੇ ਨੇ। ਹੁਣ ਮੁੱਲਾਂ ਆਪਣੇ ਤਰੀਕੇ ਨੇ ਉਹਦੇ, ਉਹ ਸ਼ਮਸ਼ਾਨ ਜੋ ਸਿੱਖਿਆ ਦੇ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਬੈਠੇ ਨੇ, ਉਹ ਉੱਥੇ ਆਣ ਪਹੁੰਚਾਏ। ਉਹਦੇ ਆਲੇ ਦੁਆਲੇ ਲੋਕਾਂ 'ਚ ਗੱਲ ਫੈਲੀ ਅਤੇ ਲੋਕ ਤਮਾਸ਼ਬੀਨ ਗੁਰੂ ਨਾਨਕ ਸਾਹਿਬ ਜੀ ਦੇ ਆਲੇ ਦੁਆਲੇ ਆਣ ਬੈਠੇ, ਦੇਖਦੇ ਅੱਜ ਕੀ ਹੁੰਦਾ ਹੈ। ਅੱਜ ਮੁੱਲਾ ਆਇਆ ਹੈ ਅਤੇ ਗੁਰੂ ਨਾਨਕ ਅਸੀਂ ਚਲੋ ਅਸੀਂ ਤਾਂ ਗੁਰੂ ਨਾਨਕ ਕਹਾਂਗੇ, ਉਹ ਤਾਂ ਗੁਰੂ ਨਹੀਂ ਕਹਿੰਦੇ ਹੋਣਗੇ ਨਾ, ਉਹ ਤਾਂ ਸਧਾਰਨਤਾ ਹੀ ਨਾਨਕ ਸ਼ਬਦ ਵਰਤਦੇ ਹੋਣਗੇ ਵੀ ਅੱਜ ਪੜਤਾਲ ਹੋਣੀ ਹੈ, ਪਤਾ ਲੱਗੇਗਾ ਕੀ ਹੁੰਦਾ ਹੈ। ਇਹ ਗੱਲ ਹੌਲੀ ਹੌਲੀ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂ ਇਹ ਗਾਥਾਵਾਂ ਰੂਪ ਨੇ ਅਤੇ ਇਹਨਾਂ ਗਾਥਾਵਾਂ ਨੂੰ ਸਮਝਣ ਵਾਸਤੇ ਅਸੀਂ ਕੁਝ ਚੀਜ਼ਾਂ ਨੂੰ ਜੋ ਇੱਕ ਸਾਖੀਕਾਰ ਵਰਤਦਾ ਹੈ, ਅਸੀਂ ਉਹਦੇ ਨਾਲ ਨਾਲ ਦੂਸਰੇ ਸਾਖੀਕਾਰਾਂ ਦੀ ਸਹਾਇਤਾ ਲੈਂਦੇ ਰਹੀਏ ਤਾਂ ਕਿ ਗੱਲ ਖੁੱਲ੍ਹਦੀ ਰਹੇ। ਬੈਠੇ ਨੇ ਗੁਰੂ ਨਾਨਕ ਪਾਤਸ਼ਾਹ ਆਪਣੀ ਅਚਲ ਸਮਾਧੀ 'ਚ, ਆਪਣੇ ਨਿਜ ਆਨੰਦ ਵਿੱਚ ਬੈਠੇ। ਮੁੱਲਾਂ ਕੋਲ ਪਹੁੰਚ ਗਿਆ। ਇੱਥੋਂ ਅੱਜ ਦੀ ਗੱਲ ਆਪਾਂ ਆਰੰਭ ਕਰਦੇ ਹਾਂ। ਮੁੱਲਾਂ ਬੈਠਿਓ ਨਿਕਟ ਬਿਕਟ ਮੰਤਰਨ ਪਠੇ। ਹੁਣ ਕਿਉਂਕਿ ਉਹਦਾ ਸੁਭਾਵ ਹਰ ਵਿਅਕਤੀ ਦਾ ਕੰਮ ਕਰਨ ਦਾ ਆਪਣਾ ਹੁੰਦਾ, ਔਰ ਇਹਨੂੰ ਕਿਹਾ ਹੀ ਗਿਆ ਸੀ ਕਿ ਪਤਾ ਇਹ ਕਰਨਾ ਵੀ ਉਹ ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਠੀਕ ਨੇ, ਅਤੇ ਦੂਜੀ ਗੱਲ ਦੇਖਣਾ ਵੀ ਕਿਤੇ ਕੋਈ ਓਪਰੀ ਛਾਇਆ ਛੂਇਆ ਤਾਂ ਨਹੀਂ ਹੈ। ਇਹ ਉਹਨੇ ਪੜਤਾਲ ਕਰਨੀ ਸੀ। ਉਹਨੇ ਉੱਥੇ ਬੈਠ ਕੇ ਕੁਝ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਮੰਤਰਾਂ ਦੇ ਨਾਲ ਲੋਕ ਸੰਬੰਧਿਤ ਸਨ ਵੀ ਸ਼ਾਇਦ ਭੂਤ ਪ੍ਰੇਤ ਲੋਕ ਵਾਸ ਕਰਦੇ ਨੇ, ਜਾਂ ਇਹ ਇਸ ਤਰ੍ਹਾਂ ਦਾ ਉਝਾ ਜੋ ਸ਼ਬਦ ਪੁਰਾਣਾ ਬਣਿਆ ਟੂਣਾ ਕਰਦੇ ਨੇ, ਕੋਈ ਆਪਣਾ ਹਿਸਾਬ ਕਿਤਾਬ ਉਹਨਾਂ ਦਾ ਆਪਣਾ ਹੈ। ਹੁਣ ਉਹ ਕੋਲ ਆ ਕੇ ਬਹਿ ਗਿਆ ਅਤੇ ਕੋਲ ਬੈਠ ਕੇ ਉਹਨੇ ਆਪਣੇ ਵੱਲੋਂ ਤਕੜੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਭੀਰ ਭੂਰ ਤੇ ਥਾਨ ਅਪਰ ਆਵਹਿ ਨੱਠੇ। ਆਲੇ ਦੁਆਲੇ ਲੋਕ ਬੈਠੇ ਨੇ, ਕਿਉਂਕਿ ਕਚਹਿਰੀ ਦੀਆਂ ਗੱਲਾਂ ਬੜੀ ਛੇਤੀ ਆਲੇ ਦੁਆਲੇ ਫੈਲ ਜਾਂਦੀਆਂ ਨੇ, ਅਤੇ ਲੋਕਾਂ 'ਚ ਗੱਲ ਫੈਲ ਗਈ ਵੀ ਅੱਜ ਮੁੱਲਾ ਗਿਆ ਅਤੇ ਮੁੱਲਾ ਨੇ ਨਾਨਕ ਦੀ ਪੜਤਾਲ ਕਰਨੀ ਆ, ਉਹਨੇ ਪਰਖ ਕਰਨੀ ਹੈ, ਅਤੇ ਲੋਕ ਕੁਝ ਬੈਠੇ ਨੇ, ਕੁਝ ਹੋਰ ਆਈ ਜਾਂਦੇ ਨੇ। ਝਾਰਤ ਮੰਤਰਨ ਸੰਗ ਬਿਲੋਕਤ ਨਰ ਖਰੇ। ਮੁੱਲਾ ਮੰਤਰ ਪੜ੍ਹਦਾ ਹੈ। ਅਰਜ ਵਿੱਚ ਆਪਾਂ ਪੁਰਾਣਾ ਸ਼ਬਦ ਕਦੇ ਕਦੇ ਪੜ੍ਹਦੇ ਹਾਂ ਝਾੜ ਫੂਕ। ਮੁੱਲਾ ਝਾੜ ਫੂਕ ਦਾ ਮਤਲਬ ਹੁੰਦਾ ਮੰਤਰ ਪੜ੍ਹ ਕੇ ਫੂਕ ਮਾਰਨੀ। ਮੁੱਲਾ ਆਪਣੇ ਤਰੀਕੇ ਦੇ ਨਾਲ ਮੰਤਰ ਪੜ੍ਹਦਾ ਹੈ ਅਤੇ ਮੰਤਰ ਪੜ੍ਹਦਾ ਪੜ੍ਹਦਾ ਫੂਕਾਂ ਮਾਰਦਾ ਹੈ। ਹੁਣ ਗੁਰੂ ਨਾਨਕ ਦੇ ਉੱਤੇ ਉਹ ਆਪਣੇ ਮੰਤਰ ਚਲਾ ਰਿਹਾ, ਬਹੁਤ ਸਾਰੇ ਕੋਸ਼ਿਸ਼ ਕਰਦੇ ਆ। ਝਾਰਤ ਮੰਤਰ ਸੰਗ ਬਿਲੋਕ ਨਰ ਖਰੇ। ਜਦੋਂ ਵੇਖਿਆ ਉਹਨੇ ਕਿ ਮੇਰੇ ਮੰਤਰਾਂ ਦੇ ਨਾਲ ਇੱਥੇ ਕੋਈ ਅਸਰ ਨਹੀਂ ਹੋਇਆ, ਅਤੇ ਉਹਨਾਂ ਦੇ ਮੰਤਰਾਂ ਦੇ ਵਿੱਚ ਅਸਾਂ ਦੇਖਿਆ ਹੁਣ ਅੱਜ ਵੀ ਕਿਤੇ ਮਜ਼ਾਰਾਂ ਆਉਂਦਾ ਜਿੱਥੇ ਮੁੱਲਾਂ ਲੋਕ ਬੈਠੇ ਹੁੰਦੇ ਨੇ, ਉਹ ਇੱਕ ਬਾਟੀ ਜੀ ਦੇ ਵਿੱਚ ਕੋਈ ਲੋਬਾਨ ਜਾਂ ਹੋਰ ਇਹੋ ਜਿਹੀ ਵਸਤੂਆਂ ਜਿਹਨੂੰ ਆਪਾਂ ਧੂਫ ਹੀ ਕਹਿ ਦਿੰਦੇ ਹੁੰਦੇ ਹਾਂ, ਉਹ ਤੁਖਾਉਂਦੇ ਨੇ, ਪਰ ਉਹ ਨਿਰਾ ਧੂਫ ਹੀ ਨਹੀਂ ਹੁੰਦਾ, ਉਹ 'ਚ ਕੁਝ ਦਵਾਈਆਂ ਜੜੀਆਂ ਬੂਟੀਆਂ ਪਤਾ ਨਹੀਂ ਕੀ ਕੁਛ ਪਾਇਆ ਹੁੰਦਾ ਹੈ। ਲੋਕ ਕਹਿੰਦੇ ਨੇ ਕਿ ਉਹਦੇ ਸਦਕੇ ਹੀ ਬਹੁਤ ਸਾਰੇ ਲੋਕਾਂ ਨੂੰ ਚੱਕਰ ਆਉਣ ਲੱਗ ਪੈਂਦੇ ਅਤੇ ਸਿਰ ਘੁਮਾਟੜੀ ਖਾਣ ਲੱਗ ਪੈਂਦਾ ਹੈ। ਇਹੋ ਜਿਹਾ ਵੀ ਚਰਚਾ ਲੋਕਾਂ ਦੇ ਵਿੱਚ ਚੱਲਦੀ ਰਹਿੰਦੀ ਕਿ ਉਹਦੇ 'ਚ ਕੋਈ ਧੂਏਂ ਦੇ ਵਿੱਚ ਕੋਈ ਐਸੀਆਂ ਔਸ਼ਧੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਮਨੁੱਖ ਦੇ ਦਿਮਾਗੀ ਤਵਾਜ਼ਨ 'ਤੇ ਫਰਕ ਪੈਂਦਾ, ਉਹਦਾ ਅਸਰ ਪੈਂਦਾ। ਹੁਣ ਉਸਨੇ ਉਹ ਆਪਣਾ ਧੂੰਆਂ ਜਿਹਾ ਭਰਨਾ ਸ਼ੁਰੂ ਕੀਤਾ ਹੈ। ਹੋ ਬਹੁਰੋ ਲੈ ਪਲੀਤਾ ਬਾਤੀ ਵੱਟ ਕਰੇ। ਉਹਨੇ ਜੋ ਬੱਤੀ ਵੱਟੀ ਹੋਈ ਸੀ ਉਹਨੂੰ ਪਲੀਤਾ ਲਾਇਆ, ਭਾਵ ਮਾਚਿਸ 'ਤੇ ਖਾਤੀ ਹੈ।
ਪਾਵਕ ਲਾਈ ਤਾਹੇ ਭਰੀ ਧੂਆਂ ਭਇਓ। ਤੇ ਉਹ ਉਹਨੇ ਧੂਆਂ ਤੁਖਾ ਦਿੱਤਾ ਹੈ। ਤੇ ਹੁਣ ਆਲੇ ਦੁਆਲੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਉਹ ਆਪਣੇ ਮੰਤਰ ਪੜ੍ਹਦਾ ਹੈ ਤੇ ਜੋ ਬਾਟੀ ਜੀ 'ਚ ਧੂਆਂ ਹੁੰਦਾ ਉਹਨਾਂ ਦਾ ਉਹ ਧੂਆਂ ਤੁਖਾ ਦਿੱਤਾ ਹੈ ਉਸਨੇ। ਔਰ ਧੂਆਂ ਇੰਨਾ ਜ਼ਿਆਦਾ ਹੈ ਕਿ ਮਨੁੱਖਾਂ ਨੂੰ ਸਾਹ ਲੈਣਾ ਤੱਕ ਔਖਾ ਹੁੰਦਾ ਹੈ। ਲੈਕਰ ਮੂਲਾਂ ਹਾਥ ਨਾਸਕਾ ਮਹਿ ਦਇਓ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸਜਡੋਲ ਅਚਲ ਸਮਾਧੀ 'ਚ ਬੈਠੇ। ਹੁਣ ਇਹ ਹੌਲੀ ਹੌਲੀ ਵੱਧਦਾ ਇਹਨੇ ਬਹੁਤ ਸਾਰਾ ਧੂਆਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਅੱਗੇ ਕਰ ਦਿੱਤਾ ਅਤੇ ਜਿਹਦੇ ਨਾਲ ਉਹ ਧੂਆਂ ਸਾਹ ਦੇ ਸਰੂਪ ਵਿੱਚ ਨੱਕ ਤੱਕ ਪ੍ਰਵੇਸ਼ ਕਰਦਾ ਹੈ। ਅਤੇ ਇਹੀ ਉਹਨਾਂ ਦਾ ਇੱਕ ਲੋਕ ਕਹਿੰਦੇ ਨੇ ਟ੍ਰਿਕ ਹੁੰਦਾ ਹੈ ਕਿ ਉਹ ਧੂਆਂ ਜਦੋਂ ਕਿਸੇ ਦੇ ਦਿਲ ਦਿਮਾਗ 'ਤੇ ਅਸਰ ਕਰਦਾ ਹੈ ਅਤੇ ਉਹਦੇ ਨਾਲ ਮਨੁੱਖ ਦਾ ਤਵਾਜ਼ਨ ਵਿਗੜ ਜਾਂਦਾ ਹੈ। ਫਿਰ ਉਹ ਜੋ ਕਹੀ ਜਾਂਦੇ ਨੇ ਮਨੁੱਖ ਉਹੀ ਬੋਲੀ ਜਾਂਦਾ ਹੈ। ਇੰਝ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਪਤਾ ਨਹੀਂ ਕੋਈ ਨਾ ਭੂਤ ਪ੍ਰੇਤ ਬੁਲਾ ਲਿਆ। ਇਹੋ ਜਿਹੇ ਬਹੁਤ ਸਾਰੇ ਟ੍ਰਿਕ ਲੋਕ ਵਰਤਦੇ ਰਹਿੰਦੇ ਨੇ। ਉਹਨੇ ਇਹੋ ਜਿਹਾ ਹੀ ਕੋਈ ਨੁਕਤਾ ਇਹ ਟ੍ਰਿਕ ਗੁਰੂ ਨਾਨਕ 'ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉਹਨੇ ਧੂਆਂ ਲੈ ਕੇ ਉਹ ਬਾਟੀ ਜੀ ਗੁਰੂ ਨਾਨਕ ਦੇ ਸਾਹਮਣੇ ਕਰ ਦਿੱਤੀ ਅਤੇ ਉਹ ਧੂਆਂ ਸਾਹ ਦੇ ਨਾਲ ਦਿਮਾਗ ਨੂੰ ਚੜ੍ਹਨ ਲੱਗ ਪਿਆ। 10ਵੇਂ ਦੁਆਰੇ ਧੂਮ ਪਹੁੰਚਿਓ ਜਾਏ ਸੋ। ਅਤੇ ਸੁਭਾਵਕ ਹੀ ਹੈ ਜਦੋਂ ਸਾਹ ਦੇ ਨਾਲ ਧੂਆਂ ਚੜ੍ਹਦਾ ਹੈ ਅਤੇ ਉਹ ਸਾਰਾ ਹੀ ਮਨੁੱਖ ਦੇ ਸਰੀਰ 'ਤੇ ਸਾਹ ਪ੍ਰਣਾਲੀ 'ਤੇ ਅਸਰ ਪੈਂਦਾ ਹੈ। ਹੋ ਡੋਲੀ ਤਬੇ ਸਮਾਦ ਹਿਰਦੇ ਅਕਲਾਏ ਸਿਓ। ਅਤੇ ਧੂਆਂ ਚੜ੍ਹਿਆ ਅਤੇ ਮਹਾਰਾਜ ਨੇ ਵੀ ਨੇਤਰ ਖੋਲ੍ਹੇ ਵੀ ਇਹ ਕੌਣ ਹੈ ਜੋ ਐਸੀ ਹਰਕਤ ਕਰਦਾ ਪਿਆ। ਮੁੰਦਰਿਤ ਲੋਚਨ ਚਾਰ ਨਾ ਪਲਕ ਖੁਲਾਨਿਆ। ਮਹਾਰਾਜ ਨੇ ਇੱਕ ਵਾਰ ਅੱਖਾਂ ਖੋਲ੍ਹ ਕੇ ਦੇਖਿਆ ਪਰ ਫਿਰ ਨੇਤਰ ਬੰਦ ਕਰ ਲਏ। ਵੇਖ ਲਿਆ ਜਾਂ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਸਮਾਧੀ ਵਿੱਚ ਵੀ, ਕਿਉਂਕਿ ਗੁਰੂ ਨਾਨਕ ਦੀ ਸਮਾਧੀ ਸ਼ੂਨ ਸਮਾਧੀ ਵਾਲੀ ਸਮਾਧੀ 'ਤੇ ਨਹੀਂ ਹੁੰਦੀ ਕਿ ਆਲੇ ਦੁਆਲੇ ਕੀ ਹੁੰਦਾ ਕਿਉਂ ਹੁੰਦਾ ਪਤਾ ਹੀ ਨਹੀਂ ਲੱਗੇ। ਉਹ ਜੜ ਨਹੀਂ ਹੁੰਦੇ ਚੇਤਨ। ਸਾਨੂੰ ਵੀ ਇਸੇ ਕਰਕੇ ਅੱਜ ਤੱਕ ਦੇ ਗੁਰਸਿੱਖੀ ਮੰਡਲ ਦੇ ਵਿੱਚ ਸ਼ੂਨ ਸਮਾਧੀ ਦਾ ਚਰਚਾ ਨਹੀਂ ਹੈ। ਸਮਾਧੀ ਦੇ ਚਰਚਾ ਸਾਨੂੰ ਦਿੱਤਾ ਜਾਂਦਾ ਹੈ ਪਰ ਸਾਡੀ ਸਮਾਧੀ ਸ਼ਬਦ ਆਧਾਰਿਤ ਹੁੰਦੀ ਹੈ। ਕੋਈ ਵਿਅਕਤੀ ਕੀਰਤਨ ਸੁਣਦਾ ਜਾਂ ਕੀਰਤਨ ਕਰਦਾ ਜਾਂ ਨਿੱਜ ਅਭਿਆਸ 'ਚ ਬੈਠਾ ਹੋਇਆ ਸ਼ਬਦ ਦੇ ਆਸਰੇ 'ਤੇ ਟਿਕ ਕੇ, ਹਾਂ ਸੱਜੇ ਖੱਬੇ ਦੁਨੀਆ ਦਾ ਖਹਿੜਾ ਛੱਡ ਕੇ ਆਪਣੇ ਸ਼ਬਦ ਦੇ ਆਨੰਦ 'ਚ ਟਿਕ ਜਾਏ, ਅਸੀਂ ਕਹਿੰਦੇ ਸਮਾਧੀ ਲੱਗੀ ਹੈ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਆਲੇ ਦੁਆਲੇ ਉਹਨੇ ਆਪਣਾ ਧੂਆਂ ਅਤੇ ਮੰਤਰ ਪੜ੍ਹਨੇ ਸ਼ੁਰੂ ਕੀਤੇ ਨੇ, ਇੱਕ ਹੱਦ ਟੱਪਦਾ ਜਾਂਦਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਕਰੁਣਾ ਨਿਧ ਬਿਧ ਲਖੀ ਬੁੱਧ ਇਨ ਬਿਧ ਭਾਈ। ਗੁਰੂ ਨਾਨਕ ਪਾਤਸ਼ਾਹ ਸਾਹਿਬ ਨੇ ਵੇਖਿਆ ਵੀ ਹੁਣ ਇਹ ਕੁਛ ਚਾਹੁੰਦਾ ਹੈ ਕਿ ਗੱਲਬਾਤ ਕੀਤੀ ਜਾਏ। ਹੋ ਬੋਲੇ ਬਚਨ ਸੁਨਾਏ ਸੋ ਸਿੱਖਿਆ ਤਿਨ ਦਈ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਉਹਨੂੰ ਸਿੱਖਿਆ ਦੇਣ ਵਾਸਤੇ ਇੱਕ ਬਚਨ ਉਚਾਰਨ ਕੀਤਾ ਜੋ ਅਸੀਂ ਆਮ ਤੌਰ 'ਤੇ ਕਈ ਵਾਰ ਪਾਠ ਕਰਦੇ ਪੜ੍ਹਿਆ ਹੋਣਾ ਹੈ। ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇ ਚਹਿਨਾਓ। ਇਹ ਬਚਨ ਅਸੀਂ ਆਮ ਤੌਰ 'ਤੇ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਉਹਨਾਂ ਦਾ ਜੀਵਨ ਤ੍ਰਿਕਾਰ ਯੋਗ ਹੈ ਜਿਹੜੇ ਰੱਬ ਦੇ ਨਾਮ ਨੂੰ ਲਿਖ ਕੇ ਉਹਦਾ ਮੁੱਲ ਲੈਂਦੇ ਨੇ। ਫਿਰ ਜੋ ਰੱਬ ਦੇ ਨਾਮ ਨੂੰ ਲਿਖਦੇ ਨੇ ਜਾਦੂ ਟੋਣੇ ਮੰਤਰ ਕਰਕੇ ਅਤੇ ਫਿਰ ਉਹਦੇ ਐਵਜ ਵਿੱਚ ਲੋਕਾਂ ਤੋਂ ਪੈਸੇ ਲੈਂਦੇ ਨੇ, ਉਹਨਾਂ ਦਾ ਜੀਵਨ ਧਿਕਾਰ ਯੋਗ ਹੈ। ਖੇਤੀ ਜਿਨ ਕੀ ਉਜੜੈ ਖਲਵਾੜੈ ਕਿਆ ਥਾਉ। ਮਹਾਰਾਜ ਨੇ ਉਦਾਹਰਣ ਦਿੱਤਾ ਵੀ ਜਿਨ੍ਹਾਂ ਦੀ ਖੇਤੀ ਵੀ ਖੇਤਾਂ ਵਿੱਚ ਹੀ ਉਜੜ ਜਾਏ ਉਹਨਾਂ ਦੇ ਖਲਵਾੜਿਆਂ 'ਚ ਕੀ ਹੁੰਦਾ ਹੈ, ਕਿਉਂਕਿ ਖੇਤੀ ਭਰਪੂਰ ਪੱਕੇ ਤਾਂ ਹੀ ਖਲਵਾੜੇ ਲੱਗਦੇ ਨੇ। ਖਲਵਾੜੇ ਕਈ ਜਿੱਥੇ ਅੱਜ ਲੋਕ ਖੇਤੀ ਨੂੰ ਲਿਆ ਕੇ ਥ੍ਰੈਸ਼ ਕਰਦੇ ਨੇ ਮਸ਼ੀਨਾਂ ਦੇ ਨਾਲ, ਜਾਂ ਪੁਰਾਣੇ ਜ਼ਮਾਨੇ 'ਚ ਜੋ ਜੋ ਤਰੀਕੇ ਵਰਤੇ ਜਾਂਦੇ ਸਨ ਉੱਥੇ ਗਾਹੀਆਂ ਜਾਂਦੀਆਂ ਸਨ ਖੇਤੀਆਂ, ਅਤੇ ਗਾਹਣ ਵਾਲੇ ਥਾਂ 'ਤੇ ਖਲਵਾੜਿਆਂ 'ਚ ਉਹਨਾਂ ਦੇ ਢੇਰ ਹੁੰਦੇ ਨੇ ਜਿਨ੍ਹਾਂ ਦੇ ਖੇਤੀਆਂ ਭਰਪੂਰ ਹੁੰਦੀਆਂ ਨੇ। ਅਤੇ ਜੇ ਕਿਸੇ ਦੀ ਫਸਲ ਪਹਿਲਾਂ ਹੀ ਉਜੜ ਜਾਏ ਤਾਂ ਉਹਦੇ ਖਲਵਾੜਿਆਂ 'ਤੇ ਕੁਛ ਵੀ ਨਹੀਂ ਹੁੰਦਾ। ਭਾਵੇਂ ਇਸ ਤਰ੍ਹਾਂ ਜਿਹੜੇ ਰੱਬ ਦੇ ਨਾਮ ਨੂੰ ਕਿਸੇ ਲਾਲਚ ਕਰਕੇ, ਕਿਸੇ ਨੂੰ ਨਫ਼ਰਤ ਕਰਕੇ, ਕਿਸੇ ਕਾਰਨ ਇਸ ਤਰ੍ਹਾਂ ਹੀ ਬਦਲ ਲੈਂਦੇ ਨੇ, ਵੇਚ ਦਿੰਦੇ ਨੇ, ਉਹਨਾਂ ਦੇ ਪਰਮਾਤਮਾ ਦੀ ਬੰਦਗੀ ਰੂਪੀ ਖੇਤੀ ਨਹੀਂ ਹੁੰਦੀ ਅਤੇ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਪੈਂਦਾ। ਸੁਨ ਕਰ ਮਾਨਵ ਤਿਤ ਸਮੇਂ ਪਰੀ ਰੌਰ ਤੇ ਥਾਏ। ਪਰ ਜਿਹੜੇ ਆਲੇ ਦੁਆਲੇ ਲੋਕ ਬੈਠੇ ਸਨ ਉਹ ਕਿਹੜੇ ਵਿਭੂਤੇ ਸਿਆਣੇ ਸਨ, ਲੋਕ ਤੇ ਤਮਾਸ਼ਬੀ ਨਹੀਂ ਸਨ। ਜਦੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ ਨਾ,
ਤੇ ਲੋਕ ਬੋਲ ਉੱਠਣ ਲੱਗ ਪਏ। ਕਹਿਤ ਪਰਸਪਰ ਭੂਤ ਨਾ ਬੋਲਿਓ ਹੋਵੇ ਦੁੱਖ ਪਾਏ। ਲੋਕਾਂ ਨੇ ਇਹਦਾ ਕਈਆਂ ਨੇ ਉਲਟਾ ਅਰਥ ਕਰ ਲਿਆ। ਕਹਿਣ ਲੱਗੇ ਦੇਖਿਆ ਸਾਡੇ ਮੁੱਲਾਂ ਸਾਹਿਬ ਦਾ ਮੰਤਰ ਕਿੰਨਾ ਕਾਮਯਾਬ ਹੈ, ਦੇਖਿਆ ਮੁੱਲਾਂ ਦਾ ਜ਼ੋਰ ਕਿੰਨਾ ਤਕੜਾ ਹੈ। ਹੁਣ ਤੱਕ ਇਹ ਜੋ ਬੋਲਦਾ ਨਹੀਂ ਸੀ, ਇਹਨਾਂ 'ਤੇ ਕੋਈ ਭੂਤ ਹੈ, ਇਹਨਾਂ 'ਤੇ ਕੋਈ ਛਾਇਆ ਹੈ, ਜਿਸ ਕਰਕੇ ਬੈਠੇ ਹੋਏ ਸੀ ਚੁੱਪਚਾਪ। ਆ ਹੁਣ ਮੰਤਰ ਪੜ੍ਹੇ, ਆ ਧੂਆਂ ਧੁਖਾਇਆ, ਅਤੇ ਹੁਣ ਇਹਨਾਂ ਦੇ ਅੰਦਰ ਦੀ ਕੋਈ ਛਾਇਆ ਸੀ ਨਾ, ਜੋ ਕੋਈ ਭੂਤ ਨਾ ਸੀ, ਉਹ ਦੇਖਿਆ ਹੁਣ ਬੋਲ ਪਿਆ ਹੈ। ਜਬ ਕੋ ਭੂਤ ਪ੍ਰਵੇਸ਼ੋ ਤੇ ਘਟ ਅੰਤਰੇ। ਕਹਿਣ ਲੱਗੇ ਜਦੋਂ ਤੋਂ ਵੇਈ 'ਚ ਪ੍ਰਵੇਸ਼ ਕੀਤਾ ਨਾ, ਉਦੋਂ ਤੇ ਇਹਨਾਂ 'ਤੇ ਕੋਈ ਛਾਇਆ ਪੈ ਗਈ ਹੈ, ਕਿਸੇ ਭੂਤ ਦਾ ਸਾਇਆ ਹੋ ਗਿਆ ਹੈ, ਤਾਈਓ ਇੱਥੇ ਘਰ-ਬਾਰ ਛੱਡ ਬੈਠੇ ਨੇ। ਤਬ ਕੀ ਕਾਰਨ ਕਰੀ ਤਜੀ ਨਿਰੰਤਰੇ। ਤੇ ਉਦੋਂ ਤੋਂ ਇਹ ਘਰ-ਬਾਰ ਆਪਣਾ ਕਾਰ ਵਿਹਾਰ ਸਾਰਾ ਪਰਿਵਾਰ ਛੱਡ ਕੇ ਦੇਖੋ ਸ਼ਮਸ਼ਾਨਾਂ 'ਤੇ ਉਜਾੜਾਂ ਚੜ੍ਹ ਬੈਠੇ ਨੇ। ਇਹਨਾਂ 'ਤੇ ਭੂਤ ਪੱਕਾ ਤੌਰ 'ਤੇ ਕੋਈ ਭੂਤ ਹੀ ਹੈ ਜੋ ਇਹਨਾਂ 'ਤੇ ਭੂਤ ਦਾ ਹਾਵੀ ਹੋ ਗਿਆ। ਦਰਬ ਲੁਟਾਇਓ ਬਾਦ ਕਛ ਸੁਧ ਨਹੀਂ ਰਹੀ। ਆਪਣਾ ਘਰ ਵੀ ਜੋ ਉਹਨਾਂ ਦਾ ਖਾਸ ਕਰਕੇ ਮੋਦੀ ਖਾਨਾ ਸੀ, ਸਾਰਾ ਇਹਨਾਂ ਉਹ ਵੀ ਵੰਡ ਦਿੱਤਾ। ਉਹਦੀ ਹੋਸ਼ ਹਵਾਸ ਇਹਨਾਂ ਨੂੰ ਕੋਈ ਨਹੀਂ, ਇਹ ਸਭ ਛੱਡ ਬੈਠੇ ਨੇ। ਇਹ ਭੂਤ ਹੀ ਹੈ। ਹੋ ਦਇਓ ਪਲੀਤਾ ਅਬੇ ਬੁਲਾਇਓ ਇਨ ਸਹੀ। ਆਹ ਦੇਖੋ ਮੁੱਲਾਂ ਨੇ ਜਦੋਂ ਧੂਆਂ ਧੁਖਾਇਆ ਹੈ ਨਾ, ਅਤੇ ਮੁੱਲਾਂ ਦੇ ਧੂਣੀ ਦੇ ਅਸਰ ਦੇ ਨਾਲ ਹੁਣ ਇਹ ਬੋਲ ਪਿਆ। ਸੁਨ ਕਰ ਮੁੱਲਾਂ ਮੂੜ ਨ ਲਖੇ ਆਇਆਨਿਆ। ਪਰ ਮੁੱਲਾਂ ਵੀ ਆਪਣੇ ਹੰਕਾਰ ਅਤੇ ਜੋਸ਼ ਵਿੱਚ ਸੀਗਾ। ਉਹਨੇ ਵੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਇਸ ਪਾਵਨ ਬਚਨ ਨੂੰ ਨਾ ਸੁਣਿਆ ਅਤੇ ਨਾ ਸਮਝਿਆ। ਉਹ ਵੀ ਇਸੇ ਚੱਕਰ ਸੀ ਕਿ ਬੋਲੇ ਨੇ, ਅਤੇ ਸ਼ਾਇਦ ਮੇਰੇ ਧੂਏ ਕਰਕੇ ਬੋਲੇ ਨੇ, ਸ਼ਾਇਦ ਮੇਰੇ ਮੰਤਰਾਂ ਦੇ ਪ੍ਰਭਾਵ ਕਰਕੇ ਬੋਲੇ ਨੇ। ਹੁਣ ਉਹ ਹੋਰ ਚੌੜਾ ਹੋਣ ਲੱਗ ਪਿਆ, ਹੁਣ ਦਬਕੇ ਮਾਰਨ ਲੱਗ ਪਿਆ। ਬੁੱਝ ਤਨਾਮ ਬਤਾਏ ਰਹੇ ਕਿ ਥਾਓ ਮੈਂ। ਔਰ ਇਹੋ ਜਿਹੇ ਲੋਕ ਜਿਹੜੇ ਭੂਤ ਪ੍ਰੇਤਾਂ ਦੇ ਟ੍ਰਿਕ ਵਰਤਦੇ ਨੇ, ਇੱਦਾਂ ਦੇ ਦਬਕੇ ਬੜੇ ਮਾਰਦੇ ਇਹਨਾਂ ਥਾਵਾਂ 'ਤੇ ਕਿਤੇ ਜਾਣ। ਜਿਨ੍ਹਾਂ ਨੂੰ ਜਾਣ ਦਾ ਵਕਤ ਮਿਲਿਆ, ਉਹਨੂੰ ਪਤਾ ਹੈ ਕਿ ਭੂਤ ਨੇ ਨੂੰ ਐਂ ਦਬਕਦੇ ਨੇ ਜਿਵੇਂ ਕਿਸੇ ਬੰਦੇ ਨੂੰ ਮਾੜੇ ਨੂੰ ਦਬਕਿਆ ਜਾਂਦਾ। ਤੂੰ ਕੌਣ ਹੈ, ਤੇਰਾ ਨਾਂ ਕੀ ਹੈ, ਕਿੱਥੋਂ ਆਇਆ, ਕਿਹਨ ਭੇਜਿਆ। ਜਿਵੇਂ ਕਿਸੇ ਸੰਸਾਰ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ, ਇਸ ਤਰ੍ਹਾਂ ਵੱਡੇ ਵੱਡੇ ਦਬਕੇ ਮਾਰਦੇ ਹੁੰਦੇ ਆ। ਕਹਿਣ ਲੱਗੇ ਤੂੰ ਕੌਣ ਹੈ, ਕਿੱਥੋਂ ਆਇਆ ਹੈ, ਸਾਰਾ ਕੁਝ ਮੈਨੂੰ ਦੱਸ, ਨਹੀਂ ਤਾਂ ਹਉ ਨਾਤਰ ਫੂਕੋ ਤੋਹੇ ਅਗਨ ਮੈਂ ਲਾਉ ਮੈਂ। ਅਤੇ ਜੇ ਮੈਨੂੰ ਸੱਚੋ ਸੱਚ ਦੱਸ ਦੇਵੇਂਗਾ ਤਾਂ ਠੀਕ ਹੈ, ਨਹੀਂ ਤਾਂ ਮੈਂ ਇਹ ਧੂਆਂ ਹੀ ਵਾਲਿਆ ਮੈਂ ਅੱਗ ਲਾ ਕੇ ਸਾੜ ਦੂੰ। ਦੀਜੇ ਸੱਚ ਬਤਾਏ ਬਚੋ ਜੋ ਚਾਹੇ ਤਾ। ਜੇ ਬਚਣਾ ਚਾਹੁੰਦਾ ਤਾਂ ਮੈਨੂੰ ਸੱਚੋ ਸੱਚ ਦੱਸ ਤੂੰ ਕੌਣ ਹੈ। ਨਤ ਦੇਵੋਂ ਦੁੱਖ ਤੋਹੇ ਬੰਨ ਮੈਂ ਦਾਹਿਤਾ। ਨਹੀਂ ਤਾਂ ਮੈਂ ਮੰਤਰ ਨਾਲ ਬੰਨ੍ਹ ਕੇ ਸਾੜ ਦਿਆਂਗਾ ਅਤੇ ਤੈਨੂੰ ਦੁਖੀ ਕਰਾਂਗਾ। ਸੁਨ ਸ਼੍ਰੀ ਨਾਨਕ ਬੈਨ ਨੈਣ ਪਲਕਾਂ ਖੋਲੀ। ਜਦੋਂ ਉਹ ਦਬਕੇ ਮਾਰਨ ਲੱਗ ਪਿਆ, ਵੱਧ ਵੱਧ ਕੇ ਬੋਲਣ ਲੱਗ ਪਿਆ, ਅਤੇ ਨਾਨਕ ਸਾਹਿਬ ਜੀ ਨੇ ਮੁਸਕਰਾ ਕੇ ਨੇਤਰ ਖੋਲ੍ਹ ਲਏ। ਨੇਤਰ ਖੋਲ੍ਹ ਕੇ ਕਹਿਣ ਲੱਗੇ ਉਹ ਬੋਲੇ ਸ਼ਬਦ ਉਠਾਏ ਦੇਨ ਤਿਹ ਮਤ ਭਾਲੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇਤਰ ਖੋਲ੍ਹ ਕੇ ਉਹਦੇ ਵੱਲ ਵੇਖਿਆ, ਅਤੇ ਉਹਨੂੰ ਇਹਨਾਂ 'ਤੇ ਪਤਾ ਸੀ ਕਿ ਭੂਤ ਪ੍ਰੇਤ ਇੱਦਾਂ ਹੁੰਦਾ ਕੁਛ ਨਹੀਂ। ਕਿਉਂਕਿ ਜਿਹੜੇ ਕੋਈ ਕਿਸੇ ਕਾਰਨ ਮਾਨਸਿਕ ਦਬਾਅ ਦੇ ਵਿੱਚ ਹੁੰਦੇ ਨੇ, ਜਾਂ ਮਾਨਸਿਕ ਕਿਸੇ ਡਿਜ਼ੀਜ਼ ਤੋਂ ਗ੍ਰਸੇ ਹੁੰਦੇ ਨੇ, ਉਹਦਾ ਬੋਲ ਬਾਣੀ ਰੰਗ ਢੰਗ ਸਭ ਅਲੱਗ ਹੁੰਦਾ ਹੈ। ਮਾਨਸਿਕ ਰੋਗ ਵੀ ਹੁੰਦੇ ਨੇ। ਜਦੋਂ ਸਤਿਗੁਰੂ ਨਾਨਕ ਨੇ ਸਾਹਮਣੇ ਨੇਤਰ ਖੋਲ੍ਹੇ ਅਤੇ ਝਚਕ ਗਿਆ। ਹੁਣ ਮਹਾਰਾਜ ਨੇ ਇੱਕ ਬਚਨ ਉਚਾਰਿਆ, ਕੋਈ ਆਖੇ ਭੂਤ ਨਾ ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਮਹਾਰਾਜ ਕਹਿਣ ਲੱਗੇ ਤੁਸੀਂ ਕੋਈ ਭੂਤ ਨਾ ਕਹਿੰਦੇ ਹੋ, ਤੁਸੀਂ ਮੇਰੇ ਬਾਰੇ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰਦੇ ਹੋ। ਕੋਈ ਭੂਤ ਨਾ ਕਹਿ ਰਿਹਾ ਹੈ, ਕੋਈ ਮੈਨੂੰ ਬੇਤਾਲਾ ਕਹਿ ਰਿਹਾ ਹੈ। ਆ ਤੁਹਾਡੇ ਵਿੱਚੋਂ ਕੋਈ ਤੇ ਕਹਿੰਦੇ ਨੇ ਵੀ ਭਲਾ ਨਾਨਕ ਹੈ। ਕਿਉਂਕਿ ਭੀੜ ਵਿੱਚ ਹਰ ਪ੍ਰਕਾਰ ਦਾ ਲੋਕ ਹੁੰਦਾ ਹੈ। ਕੁਝ ਚੰਗੇ ਹੁੰਦੇ ਨੇ, ਕੁਝ ਮੰਦੇ ਹੁੰਦੇ ਨੇ, ਕੁਝ ਹਮਦਰਦੀ ਰੱਖਦੇ ਨੇ, ਕੁਝ ਨਫ਼ਰਤ ਕਰਦੇ ਨੇ। ਮਹਾਰਾਜ ਨੇ ਸਾਰਿਆਂ ਦੀ ਗੱਲ ਕੀਤੀ। ਕਹਿਣ ਲੱਗੇ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਅਤੇ ਕੋਈ ਕਹਿੰਦਾ ਵਿਚਾਰਾ ਨਾਨਕ। ਇਹ ਕਿਹੜੇ ਚੱਕਰ 'ਚ ਪੈ ਗਿਆ, ਪਤਾ ਨਹੀਂ ਕੀ ਹੋ ਗਿਆ। ਅਤੇ ਕਹਿਣ ਲੱਗੇ ਮੈਂ ਦੱਸਾਂ ਮੈਨੂੰ ਕੀ ਹੋਇਆ। ਭਇਆ ਦੇਵਾਨਾ ਸ਼ਾਹਕਾ ਨਾਨਕ ਬੌਰਾਨਾ। ਕਹਿਣ ਲੱਗੇ ਤੁਸੀਂ ਮੈਨੂੰ ਬੌਰਾ ਵੀ ਕਹਿ ਰਹੇ ਹੋ, ਪਰ ਪਿਆਰਿਓ ਦੁਨੀਆ ਦੇ ਲੋਕੋ, ਮੈਂ ਕਿਸੇ ਚੱਕਰ ਕਰਕੇ ਬੌਰਾਨਾ ਨਹੀਂ ਹੋਇਆ। ਮੈਂ ਆਪਣੇ ਰੱਬ ਦੇ ਪਿਆਰ 'ਚ ਬੌਰਾ ਹਾਂ।
मैं अपने रब के प्यार च बंदगी के रूप च बौरा हाँ हर बिन अवर न जाना। तो मैं अपने प्यार विच परमात्मा तो बिना होर किसी नहीं जानता, किसी की परवाह नहीं करता। फिर समझाण लगे, कहने लगे दीवाना ते बावरा किनू कहंदे मैथों सुण के तुसीं मैनूं आके कह रहे हो ना, तो जदों तुसीं दीवाना बावरा ते पता नहीं की कुछ कह देंदे हो, तुसीं अपने कुरथ अपने नाल रख लो कि मैं दसदा दीवाना की हुंदा है। ताओ दीवाना जाणिए जां भै दीवाना होए। लोकां कहा सी कि दीवाना हो गया, ਆਪਾਂ ਜਿਹਨੂੰ ਆਪਾਂ ਪੰਜਾਬੀ ਚ ਅੱਜ दीवाना मस्ताना कह देने आ भी होश मारी गई, होश बेहोश हो गए ने, सुरत गायब हो गई है। कहने लगे ना भाई सुरत गायब कोई नहीं हुई, अते परमात्मा का भय है। असीं ते रब तो डरते हैं, असीं ते परमात्मा के भय अदब दे विच हां। ते असल दीवाना ही वो हुंदा है जिहड़ा अपने प्रभु के भय विच रहे। आ दुनिया के दीवानिਆਂ का की मुल है? ये तो कोई नशे खा के तो कोई गवां करके दीवाने होए फिरदे ने। प्रभ दीवाना ही वो जो प्रभु के भय विच, प्रभु के अदब च दीवाना होए। एक ही साहिब बाहरा दूजा अवर न जाने कोई। दीवाना असल वो है, दीवानगी असल वो हुंदी है जिते एक निरंकार ते ध्यान टिक जाए तो एक निरंकार तो बिना होर किसी की परवाह ही ना करे। जिवें असीं कदे कदे पतंगियां की गल करते हैं, दीपक जलते लाट जलती तो उन्होंने फिर लाट नज़र आती है, लौ नज़र आती है, उतों रस्ते में होर की है कुछ नहीं समझ आता, तो सीधे जाके लपट ते डिगते हैं, सड़ते ते मरते हैं। कहने लगे परवाने दीवाने भी इस तरह अपने टारगेट ते जो निशाना जो प्रभु का प्यार है बस उतों सिवा होर कुछ नहीं सुझदा। कहने लगे ताओ दीवाना जानिए जां एकाकार कमाए। दीवाना वो हुंदा जे प्यारिओ जो एक काम करता है। तो लोगों सवाल ही निशान पुछ किहड़ा काम? हुक्म पछाणे खसम का, जो परमात्मा के हुक्म नूं पछाण लैंदा है। ये नहीं कि थां थां ते इधर उधर तमाम प्रकार के बोल बाणियां बोलदा रहिंदा है, अपनी मर्जियां ते मन मर्जियां ते हंकार खुदगर्जियां वरतदा रहिंदा है। वो दीवाना नहीं जी हुंदा। दीवाना हुंदा भी परमात्मा ते बेअंदगी, परमात्मा के प्यार ते एक परमात्मा तो बिना होर किसी ते ध्यान ना टिकै। हुक्म पिछाण है खसम का, दूजी अवर सियाणप काए। दूजियां सियाणपां चलाकियां, खुद मुख्तारियां, खुद गर्जियां, लालच लोभ छड्ड दिंदा है। तो दीवाना जानिए जां साहिब धरे प्यार। कहने लगे सुन दीवाना वो जो परमात्मा नाल प्यार करे। लोभ लालचां करके लोग प्यार करते हैं, दीवाना ते असल वो है जो रब नाल प्यार करे। मंदा जाने आप कहो अवर भला संसार। ते सारियां तो अपने आप नूं ही मंदा जाने, अपने आप नूं सियाणा ना समझे। अज जिवें साडे हर बंदा अपने आप नूं सियाणा मन बैठा है, क्योंकि सतगुरु नानक के सामने वो सुख जमूला बैठा है, वो अपने आप नूं सब तो सियाणा मनी बैठा है। तो सतगुरु कहने लगे ना भाई, अगर जे कुछ रब ने ताकत दात दी है तो अपने आप नूं सियाणे ना मनो, अपने आप नूं संसार तो नीवा मनो। अज उसी कदे कितने हम नहीं चंगे बुरा नहीं कोई, भी कोई ये ना कहे कि मैं चंगा हाँ, मैं ही भला हाँ, मैं ही सब तो वड्डा। महाराज प्यार ने कहना कि सुन बुलाना कान दे तबै दीवाना होए। मुल्लां दा ध्यान कर, तू साडे बारे तमाम प्रकार गल्लां कर लियां ना, हुण तू चुप कर, असीं सुणाने ते। लख साहिब के भै बसे अवर न जाने कोई। दीवाना वो हुंदा है, बाबरा वो हुंदा है जो परमात्मा के भय विच आ जाए, अदब च आ जाए। सुध भूले संसार की रचे नाम कै रंग। कह लगे मौलाना साहब तुसी जो कह रहे हो तुसी अपनी जगह ठीक हो गए, पर साडे नज़ दीवाना वो है जो संसार के लालच, संसार की खुदगर्जियाँ, संसार दियाँ मैं ते मेरियां, इस संसार दियां होशां भुला के परमात्मा की बंदगी करे। अमी छोर कैसे गह फीके रसक संग। भला जिन्होंने पता लग जाए कि वो सामने अमृत है, तो भला कोई अमृत छड्ड के फिके पदार्थ खाण जांदा कदे? जे अज तक ऐसा कोई बंदा नहीं होया भी सामने अमृत होवे ते अमृत छड्ड के संसार का जहर खाण जावे, ऐसा कदे होया? लेकिन संसार के लोग इदां कर रहे हैं। अज्ञानता वश, लालचां वश लोगों को होश ही नहीं कि अमृत की है।
ਉਹਨਾਂ ਨੂੰ ਪਤਾ ਹੀ ਨਹੀਂ ਉਹ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਬਣੀ ਹੋਈ ਹੈ। ਨਰ ਪਾਮਰ ਅਣਜਾਨ ਜੇ ਅਜ ਵਿਦ ਤਿਨਹ ਬਿਤਾਏ। ਮਹਾਰਾਜ ਕਹਿੰਦੇ ਮੌਲਾਨਾ ਸਾਹਿਬ ਜਿਹੜੇ ਪਾਮਰ ਲੋਕ ਹੁੰਦੇ ਨਾ, ਮਾੜੀ ਬਿਰਤੀ ਦੇ ਲੋਕ, ਉਹੀ ਨਿੰਦਾ ਚੁਗਲੀਆਂ 'ਚ ਉਲਝ ਜਾਂਦੇ ਨੇ, ਉਹੀ ਦੂਜਿਆਂ ਨੂੰ ਮੰਦਾ ਭਲਾ ਬੁਰਾ ਕਹਿੰਦੇ ਨੇ। ਇਸ ਤਰ੍ਹਾਂ ਹੀ ਆਪਣਾ ਸਾਰਾ ਜੀਵਨ ਇਹਨਾਂ ਹਾਲਤਾਂ ਵਿੱਚ ਗੁਜ਼ਾਰ ਲੈਂਦੇ ਨੇ। ਭੂਤ ਬਿਤਾਲ ਕੇ ਬਾਵਰਾ ਹਾਨ ਲਾਭ ਨਹੀਂ ਕਾਏ। ਉਹਨੂੰ ਭੂਤ ਕਹਿ ਲਓ, ਉਹਨੂੰ ਬੇਤਾਲਾ ਕਹਿ ਲਓ, ਉਹਨੂੰ ਦੀਵਾਨਾ ਕਹਿ ਲਓ, ਉਹਨੂੰ ਕਮਲਾ ਕਹਿ ਲਓ, ਉਹਨੂੰ ਜੋ ਮਰਜ਼ੀ ਕਹਿ ਲਓ। ਜਿਨ੍ਹਾਂ ਮਨੁੱਖਾਂ ਦੇ ਪਾਮਰਤਾ ਹੁੰਦੀ ਹੈ, ਪਾਮਰਤਾ ਨੀਚਤਾ ਕਹਿੰਦੇ ਨੇ, ਜਿਨ੍ਹਾਂ ਮਨੁੱਖਾਂ ਦੇ ਅੰਦਰ ਨੀਚਤਾ ਹੈ ਉਹ ਤਾਂ ਭੂਤ ਨਹੀਂ ਨੇ ਨਾ। ਪ੍ਰਭ ਕੋ ਪ੍ਰੇਮ ਨ ਪਰਖਹਿ ਵਿਸ਼ੇ ਵਿਖੇ ਗਲਤਾਨ। ਐਸੇ ਲੋਕ ਰੱਬ ਦੇ ਪ੍ਰੇਮ ਨੂੰ ਨਹੀਂ ਜਾਣਦੇ, ਰੱਬ ਦੇ ਪ੍ਰਤੀ ਭਾਵ ਨਹੀਂ ਰੱਖਦੇ, ਵਿਸ਼ੇ ਵਿਕਾਰਾਂ 'ਚ ਗਲਤਾਨ ਹੁੰਦੇ ਨੇ। ਮਹਾਮੰਦ ਦੁੱਖ ਪਾਵਹਿ ਜੰਪੁਰ ਜਾਏ ਨਿਦਾਨ। ਔਰ ਇਹੋ ਜਿਹੇ ਵਿਅਕਤੀ ਹੀ ਦੁਖੀ ਹੁੰਦੇ ਨੇ, ਉਹੀ ਦੁੱਖ ਪ੍ਰਾਪਤ ਕਰਦੇ ਨੇ। ਜਿੱਥੇ ਇੱਥੇ ਰਹਿੰਦੇ ਹਨ ਜੀਵਨ 'ਚ ਦੁਖੀ ਰਹਿੰਦੇ ਨੇ, ਤਣਾਵਗ੍ਰਸਤ ਰਹਿੰਦੇ ਨੇ, ਉੱਥੇ ਅੰਤ ਸਮੇਂ ਉਹ ਜੰਪੁਰੀ ਨੂੰ ਜਾਣਦੇ ਨੇ ਅਤੇ ਉੱਥੇ ਵੀ ਦੁੱਖ ਭੋਗਦੇ ਨੇ। ਇਸ ਪ੍ਰਕਾਰ ਕੇ ਬਚਨ ਸੁਣ ਸਭਨ ਭਈ ਪ੍ਰਤੀਤ। ਜਿਹੜੇ ਆਲੇ ਦੁਆਲੇ ਲੋਕ ਬੈਠੇ ਸਨ, ਹੁਣ ਸਭ ਸਾਵਧਾਨ ਹੋ ਗਏ ਵੀ ਇਹ ਗੱਲ ਹੀ ਬੜੀ ਵੱਡੀ ਹੈ। ਅਸੀਂ ਤਾਂ ਸਮਝਦੇ ਸੀ ਕਿ ਬਾਵਰੇ ਹੋ ਗਏ ਨੇ, ਅਸੀਂ ਸਮਝਦੇ ਕਿ ਕਮਲੇ ਹੋ ਗਏ ਨੇ, ਪਰ ਇਹ ਤਾਂ ਹੋਸ਼ਵੰਦ ਹੈ, ਇਹਨਾਂ ਤੋਂ ਦੁਨੀਆ ਦੀ ਹੋਸ਼ ਆ ਗਈ ਹੈ, ਇਹ ਤਾਂ ਸਭ ਤੋਂ ਸਿਆਣੇ ਨੇ। ਵਿਸ਼ਵਾਸ ਵੱਧ ਗਿਆ ਵੀ ਨਹੀਂ ਅਸੀਂ ਗਲਤ ਕਹਿ ਰਹੇ ਸਾਂ। ਤਜ ਧੰਦਨ ਬੰਧਨ ਜਗਤ ਨਿਰੰਕਾਰ ਇਹ ਪ੍ਰੀਤ। ਬਈ ਇਹਨਾਂ ਦੀ ਤੇ ਪ੍ਰੀਤ ਹੀ ਖੁਦਾ ਨਾਲ ਲੱਗ ਗਈ ਹੈ। ਅਸੀਂ ਤੇ ਸੰਸਾਰ ਦੇ ਨਿੰਦਾ ਚੁਗਲੀ ਦੇ ਬੰਧਨਾਂ 'ਚ ਹੀ ਫਸੇ ਰਹਿ ਗਏ। ਅਸੀਂ ਤੇ ਆਪਣੀਆਂ ਸਿਆਣਪਾਂ ਵਰਤ ਕੇ ਕਿਸੇ ਬੰਦੇ ਦੀ ਪਰਖ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਤਾਂ ਪ੍ਰਭੂ ਦੇ ਖੁਦਾ ਦੇ ਬੰਦਗੀ ਵਾਲੇ ਭਗਤ ਨਿਕਲੇ। ਮੁੱਲਾਂ ਤਬ ਕਰ ਬੰਧਨ ਨਾ ਪਦ ਕਰੀ। ਮੁੱਲਾਂ ਸੰਗ ਚੰਗਾ ਸਮਝੀ, ਭਾਗ ਜਾਗ ਪਏ, ਆਕੜਿਆ ਨਹੀਂ, ਲੜਿਆ ਨਹੀਂ, ਹੱਥ ਜੋੜ ਤੇ ਕਹਿਣ ਲੱਗਾ ਮੈਥੋਂ ਖਤਾ ਹੋ ਗਈ। ਵੀ ਸਾਡੀ ਮਾਨਸਿਕ ਹਾਲਾਤ ਹੀ ਇੱਦਾਂ ਦੀ ਹੈ, ਆਮ ਮਨੁੱਖ ਦੀ ਹਾਲਤ ਇੱਦਾਂ ਦੀ। ਅੱਜ ਵੀ ਕਿਤੇ ਘਰ ਪਰਿਵਾਰ 'ਚ ਕੈਸਾ ਹੋਏ ਤੇ ਅਸੀਂ ਤਮਾਮ ਪ੍ਰਕਾਰ ਦੇ ਕਮੈਂਟ ਪਾਸ ਕਰਦੇ, ਤਮਾਮ ਪ੍ਰਕਾਰ ਦੀਆਂ ਗੱਲਾਂ ਕਰਦੇ ਹਾਂ। ਅੱਜ ਵੀ ਅਸੀਂ ਇਸੇ ਤਰ੍ਹਾਂ ਦੇ ਲੋਕਾਂ ਦੇ ਬਾਰੇ ਆਪਣੇ ਖਿਆਲ ਜਿੰਨੇ ਮੂੰਹ ਆਏ ਉਨੀਆਂ ਗੱਲਾਂ ਕਰ ਦਿੰਦੇ ਹਾਂ। ਹੋਸ਼ ਦੇ ਨਾਲ, ਸਮਝ ਦੇ ਨਾਲ ਅਸੀਂ ਗੱਲ ਨਹੀਂ ਕਰਦੇ, ਪਰ ਕੁਝ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਸਮਾਂ ਪਾ ਕੇ ਸਮਝ ਜਾਂਦੇ ਨੇ, ਜਿੰਜ ਕਿ ਜਿਨ੍ਹਾਂ ਦੇ ਭਾਗ ਜਾਗ ਪੈਂਦੇ ਨੇ। ਪੂਰਬਲਾ ਕਰਮ ਚੰਗਾ ਕੋਈ ਹੁੰਦਾ ਹੈ, ਉਹਦਾ ਬੀਜ ਮਾਤਰ ਅੰਦਰ ਚੰਗਾ ਪਿਆ ਹੁੰਦਾ, ਜਿਹਦੇ ਕਰਕੇ ਉਹ ਅੰਕੁਰ ਫੁੱਟ ਪੈਂਦਾ ਹੈ ਅਤੇ ਇਹ ਲੋਕ ਟੁੱਟ ਜਾਂਦੇ ਨੇ, ਖਿਮਾ ਮੰਗ ਲੈਂਦੇ ਨੇ। ਇਸ ਮੁੱਲਾਂ ਦੇ ਵੀ ਕੋਈ ਚੰਗੇ ਕਰਮ ਸਨ, ਪਰ ਕਰਮਾਂ ਵਾਲਾ ਸੀ ਤਾਂ ਤੇ ਗੁਰੂ ਨਾਨਕ ਦੇ ਸਨਮੁਖ ਖਾਣ ਬੈਠਾ ਹੈ, ਜਿਹਨੂੰ ਗੁਰਬਾਣੀ 'ਚ ਬੜਾ ਪਿਆਰਾ ਬਚਨ ਪੜ੍ਹਦੇ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ। ਕੋਈ ਪੂਰਬਲੇ ਕਰਮ ਪ੍ਰਗਟ ਹੁੰਦੇ ਨੇ, ਉਦੋਂ ਜਾ ਕੇ ਭੇਟਿਓ ਪੁਰਖ ਰਸਕ ਵੈਰਾਗੀ। ਉਦੋਂ ਕਿਸੇ ਵੈਰਾਗੀ ਇਹੋ ਜਿਹੇ ਰਸਕਾਂ ਦੇ, ਪ੍ਰਭੂ ਦੇ ਪਿਆਰਿਆਂ ਦੇ ਦੀਦਾਰ ਹੁੰਦੇ ਨੇ। ਭਲਾ ਪੁਰਖ ਸੀ, ਹੰਕਾਰ ਛੇਤੀ ਟੁੱਟ ਗਿਆ। ਬਸ ਵਿਦਿਆ ਦਾ ਹੀ ਮਾਣ ਸੀਗਾ ਬਹੁਤਾ, ਆਪਣੇ ਟੂਣੇ ਟਾਮਣ ਦਾ ਕੋਈ ਜ਼ੋਰ ਸੀਗਾ, ਪਰ ਟੁੱਟ ਗਿਆ। ਕਹਿਣ ਲੱਗਾ, ਹੱਥ ਜੋੜ ਕੇ ਨਮਸਕਾਰ ਕੀਤੀ, ਬਖਸ਼ੋ ਖਤਾ ਹਮਾਰ ਭੁੱਲ ਬਿਨ ਅਨੁਸਾਰੀ। ਕਹਿਣ ਲੱਗਾ ਜੀ ਮੇਰੀ ਖਤਾ ਬਖਸ਼ ਦਿਓ, ਮੈਥੋਂ ਭੁੱਲ ਹੋ ਗਈ, ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਕੀ ਹੋ। ਮੈਂ ਤਾਂ ਲੋਕਾਂ ਦੀ ਗੱਲ ਸੁਣ ਲਈ, ਅਤੇ ਜਿਵੇਂ ਅਸੀਂ ਆਪਣੇ ਘਰ ਪਰਿਵਾਰ 'ਚ ਰੋਜੀ ਰੋਟੀ ਵਾਸਤੇ ਟੂਣੇ ਟਾਮਣ ਕਰੀ ਜਾਂਦੇ ਹਾਂ, ਮੈਂ ਤਾਂ ਉੱਦਾਂ ਹੀ ਤੁਹਾਡੇ ਨਾਲ ਵਰਤਣਾ ਸ਼ੁਰੂ ਕਰਤਾ। ਇਹ ਜੋ ਖਤਾ ਮੈਂ ਕੀਤੀ ਆਪ ਦੇ ਸ਼ਾਨ ਦੇ ਖਿਲਾਫ, ਮੈਨੂੰ ਬਖਸ਼ ਲਓ। ਭੇਵ ਨਾ ਮਾਨਵ ਜਾਨ ਦੋਖ ਤੁਮ ਨਹੀਂ ਰੱਖੈ। ਦਰਅਸਲ ਦੋਸ਼ ਸਾਡਾ ਵੀ ਨਹੀਂ, ਸਾਡੀ ਮੱਤ ਹੀ ਛੋਟੀ ਹੈ। ਅਸੀਂ ਕਦੇ ਕਦੇ ਕਹਿੰਦੇ ਹਾਂ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਵੀ ਸਾਡਾ ਦੋਸ਼ ਇਹ ਹੈ ਕਿ ਸਾਡੀ ਮੱਤ ਹੀ ਥੋੜ੍ਹੀ ਹੈ। ਅਸੀਂ ਛੇਤੀ ਕਿਹਾ ਬੰਦੇ ਨੂੰ ਸਮਝ ਹੀ ਨਹੀਂ ਪਾਉਂਦੇ। ਅਸੀਂ ਤਾਂ ਬਾਹਰਲੀਆਂ ਹਾਲਤਾਂ 'ਚ ਜੋ ਜੋ ਸਾਨੂੰ ਦੱਸਿਆ ਗਿਆ ਅਸੀਂ ਉਹਦੇ ਮੁਤਾਬਕ ਹੀ ਭਾਵਨਾ ਬਣਾ ਲੈਂਦੇ ਹਾਂ। ਇਸ ਨੂੰ ਅਸੀਂ ਕਹਿੰਦੇ ਹੁੰਦੇ ਹਾਂ, ਜਿਹਨੂੰ ਅਸੀਂ ਦਰਸ਼ਨ ਵਿੱਚ ਕਹੀਏ ਵੀ ਸਾਡੇ ਲੋਕਾਂ ਦੀ ਜੋ ਆਮ ਜੀਆਂ ਦੀ ਮੈਂਟਲੀ ਪ੍ਰੋਗਰਾਮਿੰਗ ਕੀਤੀ ਗਈ, ਸਾਡੇ ਪਿੱਛੇ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਇੱਦਾਂ ਹੀ ਸੁਣਦੇ ਆਏ ਹਾਂ। ਇਹੋ ਜਿਹੀਆਂ ਗੱਲਾਂ ਸਾਨੂੰ ਪਾਈਆਂ ਗਈਆਂ ਸਾਡੇ ਦਿਲੋਂ ਦਿਮਾਗ 'ਚ, ਅਤੇ ਉਹੀ ਜੋ ਗੱਲਾਂ ਅਸੀਂ ਬਚਪਨ ਤੋਂ ਸੁਣੀਆਂ ਨੇ ਉਹਨਾਂ ਦੇ ਮੁਤਾਬਕ ਅਸੀਂ ਜੱਜਮੈਂਟ ਦੇਣੇ ਹੁੰਦੇ ਨੇ। ਕੋਈ ਭਾਗਾਂ ਵਾਲਾ ਹੀ ਹੁੰਦਾ ਹੈ ਜਿਹੜਾ ਇਹਨਾਂ ਤਮਾਮ ਗੱਲਾਂ ਨੂੰ ਸੁਣਦਾ ਹੈ,
पर जदों सच मिलता है तो यकदम नूं पकड़ लैंदा है। कहण लगा जी साडा दोष इन्ना क है, असीं मनुख आ ते मनुखी सोच मुताबक ही तुहाडे बारे भी अपने फैसले कर बैठे, अपने सोच मुताबक ही तुहाडे बारे बोल बैठे, इस करके खिमा कर दिओ। हो भ्रम दिश होयो आप, दोष रब मह रखै। साडी हालत ये हो गई भी साडियां अखां बंद हो गईयां, जां किसी दी मान लो अखां दे विच दोष आ जाए, ਉਹਦੀ किसी कारण करके नज़र बंद हो जाए। जिवें अजकल असीं देखते हैं भी किसी अखां ते कोई मोतिया हो गया जां कोई होर रोग हो गया, अखां खराब हो गईयां, दिसणों घट गया, तो लोग कहण लग पे देखो जी सूरज चमकदा नहीं गा, चानना घट है, धुंध व्यापत है। असीं धुंध कहण लग पे, असलीयत विच धुंध नहीं है। सूरज ते अपना काम करी जा रहे हो तो चमकदा है, पर सानूं दिसदा कुछ नहीं। असलीयत विच दोष तुहाडा नहीं है, दोष साडी दृष्टि दा है, दोष साडे कर्मां दा है, दोष साडे विचारां दा है, जिस करके सानूं नज़र ही कुछ नहीं आउंदा ते असीं सूरज नूं या रोशनी नूं बुरा भला कह दिंदे आ। इस करके बैन बेने के सुने नैन करुणा भई। जदों उस मुल्ला ने हाथ जोड़ते महाराज दे अगे खिमा मंग लई, महाराज ने कृपा की, दया दृष्टि को देख दुरमत दल दई। महाराज ने उत्ते तरस कीता, जिन से गुरबाणी पढ़ते हैं, कृपा कटाख अवलोकन कीनो दास का दुख विदारियो। महाराज ने उत्ते मेहर दी निगाह पाई, उद जो हंकार ते टुटी गया सी, जो अज्ञानता जिनसे अगे किते अंदर कहने की लेश मात्र अज्ञानता हर मनुख दे अंदर हुंदी, वो भी नष्ट हो गई। चित्त प्राप्त भी शांत, हुण उहदा मन शांत हो गया। हुण तक अपनी विद्या करके मंत्रां दे जोर करके टूणे टामण करके अपने आप नूं बड़ा वड्डा बंदा समझदा सी, मैं ते भूत बुला लेना, मैं ते भूत वस कर लेना, इहो जे तमाम उहदे मन च वहम भरम सन। पर हुण बिल्कुल टुट गया है, शांत हो गया है, तर्क तम फट गयो, सारे तर्क वितर्क मिट गए। चित्त निर्मल होकर गुरु महाराज के कोल बह गया। हो मन मह बहुत सुख पाए, जातपुर मह भयो। आनंद दे नाल आया सी हंकार दे जहाज ते चढ़ के, पर हुण बिल्कुल शांति दे सागर दी लहरां दा आनंद लैके मन सुखी करके आनंद दे नाल अपने नगर नूं वापस चला गया। निकट राय के बैठ रटी बिन कपट सो। ते अगे उड़ीक हो रही सी, क्योंकि पड़ताल करनी भेजिया सी भी जांच पड़ताल करके आएगा। जिवें अजकल कि नहीं कि आप किसी इंस्पैक्टर नूं अथराइज बंदे नूं किते इन्वेस्टिगेशन लई भेजिया जांदा, वो आके रिपोर्ट दिंदा है। हुण उत्थे सरकार दी कचहरी उड़ीक कर भी मुल्लां जी आणगे ते मुल्लां दसणगे भी की रिपोर्ट है, कि उन्हां दे तन विच कोई सट सुट लगण करके होश मत बंद होई है, जां कोई उन्हां दी साया है, की कुछ है दसणगे। हुण ये सीधे कचहरी च पहुँच गए। कचहरी च आके नवाब ने जो दौलत खान है उन्हें बुलाया भी हाँ दसो की रिपोर्ट है। इस मौलवी मुल्ला ने बिना किसी छल कपट तो, बिना किसी लाग लपेट तो बड़े अदब न कहा, नानक पीरन भीर मत बिकट सो। कहने लगे तुसीं एक ही गल मैं कह दियाँ, नानक जी पीरां दे पीर ने, बाकी सारियां गल्लां पिछे रह गईयां। कोई साया नहीं, कोई भूत नहीं, कोई प्रेत नहीं, कोई बावरा दीवाना मस्तानगी कुछ नहीं। वो बिल्कुल ठीक ही नहीं, बल्कि दुनिया नूं ठीक करने वाले ने। वो असीं ते पीर कहने आ, पर तो पीरां दे भी पीर ने। भीव ना जान है मूड़ दुख सो लखत है। आ जिन्ने भी नवाब सो तुहाडे कोल लोक आउंदे ने, उन्हां दे बारे तमाम प्रकार दे बोल बोलते ने, उन्हां नूं पछाण ही नहीं पाए। भावें उन्हां दे कोई निकटवर्ती होवे, भावें उन्हां दा कोई परिवार दा जी होवे, ते भावें संसार दा व्यापार नाल संबंधित नगर निवासी है, अगर कोई गुरु नानक दे बाबत मंदा चंगा बोलदा ते भाई मूर्ख है, उन्हें देखिए ही नहीं, उन्हें जाने ही नहीं नानक कौन है। हो नहीं चख दोख पिछान इंद में रखत है। इन्हां दी हालत इदां दी है कि सूरज चढ़िया हुंदा है ते उल्लू आप लुकण लग पैंदा है, उहदियां अखां चुंधिया जांदियां ने, उहनूं दिसदा सुझदा कुछ नहीं, तो वह सूरज नूं मंदा भला बोलण लग पैंदा है। वो आप देख नहीं सकता, अपना दोष नहीं पछाण रहा भी मैनूं दिसदा नहीं, तो सूरज नूं क्योंकि उहदा ते सारा काम अंधकार दा हुंदा है,
ਤੇ ਖੁਰਾਕ ਅੰਧਕਾਰ ਕਰਕੇ ਅੰਧੇਰੇ 'ਚ ਵੇਖਦਾ, ਜੋ ਸੂਰਜ ਨੂੰ ਮੰਦਾ ਭਲਾ ਬੋਲਦਾ। ਇਵੇਂ ਹੀ ਇਹ ਅਗਿਆਨੀ ਲੋਕ ਨਾਨਕ ਜੀ ਨੂੰ ਮੰਦਾ ਭਲਾ ਬੁਰਾ ਬੋਲਦੇ ਨੇ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਉਹਨਾਂ ਦਾ ਲੈਵਲ ਕਿੰਨਾ ਉੱਚਾ। ਹੋਸ਼ਵੰਦ ਸੁਖ ਕੰਦ ਬੰਦਨਾ ਯੋਗ ਹੈ, ਉਹ ਤੇ ਬੰਦਨਾ ਯੋਗ ਹੈ, ਨਮਸਕਾਰ ਕਰਨ ਯੋਗ ਹੈ। ਹੋਸ਼ ਨਹੀਂ, ਹੋਸ਼ਵੰਦ ਹੈ। ਉਹ ਤੇ ਨੇੜੇ ਗਿਆ ਨੂੰ ਹੋਸ਼ ਦਾਨ ਦਿੰਦਾ ਹੈ, ਉਹ ਤੇ ਨੇੜੇ ਗਿਆ ਨੂੰ ਸੁਖ ਦਿੰਦਾ। ਮੈਨੂੰ ਹੋਸ਼ ਦੇ ਦਿੱਤੀ ਹੈ, ਮੈਂ ਅਗਿਆਨਤਾ ਦੇ ਭਰਮ 'ਚ ਪਿਆ ਸਾਂ, ਮੈਨੂੰ ਹੋਸ਼ਵੰਦ ਕਰਤਾ ਹੈ। ਮੈਂ ਹੰਕਾਰ ਕਰਕੇ ਹਉਮੈ ਕਰਕੇ ਦੁਖੀ ਸਾਂ, ਮੈਨੂੰ ਸੁਖੀ ਕਰ ਦਿੱਤੋ ਨੇ। ਜਾਣੈ ਸਭੈ ਸੁਜਾਨ ਅਜਾਨੰਗ ਲੋਕ ਹੈ, ਉਹ ਸੁਜਾਨ ਪੁਰਖ ਹੈ। ਸੁਜਾਨ ਕੀ, ਜੋ ਸਭ ਕੁਝ ਜਾਣਦਾ ਹੋਵੇ, ਕਿਉਂਕਿ ਉਹ ਸੁਜਾਨ ਪੁਰਖ ਹੈ। ਔਰ ਉਹੀ ਨਿਸ਼ਾਨੀ ਕਿ ਸਭ ਕੁਝ ਜਾਣਦਿਆਂ ਹੋਇਆਂ ਵੀ ਚੁੱਪ ਬੈਠੇ, ਇਹੀ ਤੇ ਗਿਆਨੀਆਂ ਦੀ ਨਿਸ਼ਾਨੀ ਹੁੰਦੀ ਹੈ। ਅਗਿਆਨੀ ਵਿਅਕਤੀ ਹੀ ਬੜ ਕੇ ਵੱਧ ਕੇ ਬੋਲਦਾ ਹੈ, ਤੇ ਗਿਆਨਵਾਨ ਦਾ ਮਤਲਬ ਇਹ ਚੁੱਪ ਕਰਕੇ ਸ਼ਾਂਤੀ ਨਾਲ ਦੇਖੀ ਜਾਂਦਾ ਹੈ, ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਜੋ ਹੋਣਾ ਹੈ ਕੁਦਰਤ ਵਿੱਚ ਹੋਣਾ ਹੈ। ਤੇ ਗਿਆਨੀ ਇਸੇ ਕਰਕੇ ਟੀਕਾ ਟਿੱਪਣੀਆਂ ਨਹੀਂ ਕਰਦੇ, ਜੋ ਹੋ ਰਿਹਾ ਹੋ ਰਿਹਾ। ਬੜਾ ਪਿਆਰਾ ਬਚਨ ਆਪਾਂ ਕਦੇ ਕਦੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਪੜ੍ਹਿਆ ਹੋਣਾ, ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੇ। ਗਿਆਨੀ ਇੱਥੇ ਪਹੁੰਚਾ ਜੋ ਹੋ ਰਿਹਾ ਹੋਣਾ ਹੈ, ਕਿਉਂਕਿ ਹੁਕਮ ਹੈ, ਤੇ ਹੁਕਮ ਕਾਹਦਾ? ਪ੍ਰਭੂ ਜੀ ਦਾ। ਇਸ ਕਰਕੇ ਨਾ ਉਹ ਗੁੱਸਾ ਕਰਦਾ, ਨਾ ਗਿਲਾ ਕਰਦਾ, ਨਾ ਪਰੇਸ਼ਾਨ ਹੁੰਦਾ ਹੈ, ਦੇਖਦਾ ਹੈ, ਦ੍ਰਿਸ਼ਟਾ ਬਣ ਜਾਂਦਾ ਹੈ। ਕਿਉਂਕਿ ਨਾਨਕ ਤੇ ਖੁਦ ਕਰਨ ਵਾਲਾ ਹੈ, ਦ੍ਰਿਸ਼ਟਾ ਤੇ ਅਸੀਂ ਤੁਸਾਂ ਬਣਨਾ ਹੈ, ਪਰ ਨਾਨਕ ਦੇ ਤੇ ਹੁਕਮ ਸਭ ਕੁਝ ਹੋ ਰਿਹਾ। ਸਿਫਤ ਭੂਰ ਮੁਖ ਕਹੀ ਹਦੂਰ ਖਾਨ ਕੇ। ਇਸ ਤਰ੍ਹਾਂ ਜਦੋਂ ਸਮੁੱਲਾ ਜੀ ਨੇ ਨਵਾਬ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਸਿਫਤ ਕੀਤੀ ਹੈ, ਹੋ ਮਨਹੁ ਹੋਏ ਸਿੱਖ ਰਹਿਓ ਪੀਰ ਨਿਜ ਜਾਨ ਕੇ। ਦਰਅਸਲ ਉਹ ਮੁੱਲਾ ਕਿਰਤ ਕਰਕੇ ਤੇ ਮੁੱਲਾ ਹੀ ਹੈ, ਪਰ ਹੁਣ ਗੁਰੂ ਨਾਨਕ ਜੀ ਦਾ ਸਿੱਖ ਬਣ ਗਿਆ। ਇੱਕ ਬੇਨਤੀ ਕਰਦੇ ਹਾਂ, ਗੁਰੂ ਨਾਨਕ ਜੀ ਦੀ ਸਿੱਖੀ ਪ੍ਰਾਪਤ ਕਰਨ ਵਾਸਤੇ ਕੁਝ ਬਦਲਣ ਦੀ ਜ਼ਰੂਰਤ ਹੀ ਨਹੀਂ ਹੈ। ਮੁੱਲਾ ਵੀ ਸਿੱਖ ਹੋ ਸਕਦਾ ਤੇ ਪੰਡਤ ਵੀ ਸਿੱਖ ਹੋ ਸਕਦਾ ਹੈ। 2-4 ਦਿਨ ਪਹਿਲਾਂ ਹੀ ਤੇ ਪੰਡਤ ਸ਼ਿਆਮ ਜੀ ਮੱਥਾ ਟੇਕ ਕੇ ਗਏ ਨੇ, ਅੱਜ ਇੱਥੇ ਹੀ ਬੈਠੇ ਹੋਏ ਮੁੱਲਾ ਜੀ ਮੱਥਾ ਟੇਕ ਕੇ ਗਏ ਨੇ। ਤੇ ਗੁਰੂ ਨਾਨਕ ਜੀ ਤੇ ਕਹਿੰਦੇ ਕਿਸੇ ਨੂੰ ਕੁਛ ਨਹੀਂ, ਗੁਰੂ ਨਾਨਕ ਤੇ ਹੀ ਕਹਿੰਦੇ ਨੇ ਭਾਈ ਸੱਚ ਪਛਾਣ ਲਓ ਤੇ ਪ੍ਰਮਾਤਮਾ ਨੂੰ ਪ੍ਰੇਮ ਕਰੋ। ਇਹ ਅੰਦਰੋਂ ਹੁਣ ਗੁਰੂ ਨਾਨਕ ਸਿੱਖ ਹੋ ਗਿਆ। ਦੌਲਤ ਖਾਂ ਸੁਨ ਬਚਨ ਵਿਚਾਰਤ ਚਿੱਤ ਮੈਂ। ਦੌਲਤ ਖਾਂ ਵਿਚਾਰ ਕਰਦੇ ਨੇ ਤੇ ਫਿਰ ਚਿੱਤ ਕਿ ਵੀ ਹੁਣ ਮੈਂ ਕੀ ਕਰਾਂ, ਕਰੋ ਕੌਣ ਅਬ ਕਾਜਨ ਰਾਖੋਂ ਬਿੱਤ ਮੈਂ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ 760 ਰੁਪਏ ਸਰਕਾਰੀ ਖਾਤੇ 'ਚ ਜਮ੍ਹਾਂ ਪਏ ਨੇ, ਜਿਹੜੇ ਉਹਨਾਂ ਦੇ ਹੱਟੀ ਦੇ ਮੋਦੀ ਖਾਨੇ ਦੇ ਕਾਰ ਵਿਹਾਰ 'ਚੋਂ ਬਚੇ ਨੇ, ਔਰ ਉਹ ਅਮਾਨਤ ਘਰ ਵਿੱਚ ਨੇ। ਬਾਬਾ ਮੂਲ ਚੰਦ ਜੀ ਨੇ, ਜੋ ਗੁਰੂ ਨਾਨਕ ਪਾਤਸ਼ਾਹ ਦੇ ਸਹੁਰਾ ਸਾਹਿਬ ਜੀ ਨੇ, ਉਹਨਾਂ ਅਪੀਲ ਕੀਤੀ ਹੈ ਕਿ ਇਹ 760 ਰੁਪਈਆ ਨਾਨਕ ਜੀ ਦੀ ਕਮਾਈ ਦਾ ਹੈ, ਇਸ ਕਰਕੇ ਇਹਦੇ ਉੱਤੇ ਨਾਨਕ ਜੀ ਦੀ ਘਰਵਾਲੀ ਤੇ ਉਹਨਾਂ ਦੇ ਬੱਚਿਆਂ ਦਾ ਹੱਕ ਹੈ, ਇਹ ਰਕਮ ਉਹਨਾਂ ਬੱਚਿਆਂ ਨੂੰ ਦਿੱਤੀ ਜਾਏ। ਪਰ ਨਾਨਕ ਜੀ ਨੇ ਬਚਨ ਕੀਤੇ ਵੀ ਇਹ ਰਕਮ ਫਕੀਰਾਂ ਨੂੰ ਖਵਾਣੀ ਹੈ, ਫਕੀਰਾਂ 'ਚ ਵੰਡਣੀ ਹੈ, ਇਸ ਕਰਕੇ ਮੈਂ ਕਰਾਂ ਤੇ ਕੀ ਕਰਾਂ। ਤੇ ਮੁਖ ਭਾਖਿਓ ਖਰਚ ਖਰਾਇਤ ਦੀਜੀਐ। ਨਾਨਕ ਜੀ ਨੇ ਕਿਹਾ ਕਿ ਖੈਰਾਇਤ ਦੇਣੀ ਹੈ, ਭਲੇ ਕੰਮ ਲਾਉਣਾ ਹੈ। ਹੋ ਮੂਲੇ ਕਰੀ ਪੁਕਾਰ ਕਵਨ ਬਿਦ ਕੀਜੀਏ। ਤੇ ਭਾਈ ਮੂਲਾ ਜੀ ਨੇ ਉਹਨਾਂ ਦੇ ਬਰਖਿਲਾਫ, ਉਹਨਾਂ ਦੇ ਇਸ ਫੈਸਲੇ ਦੇ ਖਿਲਾਫ ਅਪੀਲ ਕੀਤੀ ਹੈ। ਹੁਣ ਖਿਆਲ ਬਣਿਆ ਵੀ ਅਗਲਾ ਕੀ ਕੰਮ ਕੀਤਾ ਜਾਏ, ਕਿਉਂਕਿ ਯਾਰ ਖਾਂ ਜੋ ਉਹਨਾਂ ਦਾ ਸਲਾਹਕਾਰ ਸੀ, ਉਹਨੇ ਕਿਹਾ ਸੀ ਪੜਤਾਲ ਕਰਾ ਲਓ ਵੀ ਨਾਨਕ ਜੋ ਹੋਸ਼ਵੰਦ ਨੇ ਜਾਂ ਕੋਈ ਕਾਰਨ ਬਣ ਗਿਆ। ਤੇ ਪੜਤਾਲ ਵਿੱਚ ਉਲਟਾ ਕੰਮ ਹੋ ਗਿਆ, ਨਾਨਕ ਜੀ ਹੋਸ਼ਵੰਦ ਨਹੀਂ, ਨਾਨਕ ਜੀ ਪੀਰ ਸਾਬਤ ਹੋ ਗਏ ਨੇ। ਹੁਣ ਅਗਲੀ ਗੱਲ ਇਹ ਬਣੀ ਵੀ ਹੁਣ ਕਿਸੇ ਪਰਿਵਾਰ ਦੇ ਜੀ ਤੋਂ ਪੁੱਛੀਏ, ਇੱਕ ਮਾਨਵ ਕਹਿ ਬੈਨ ਨਿਵਾਬ ਸੁਣੀ ਜੀਏ। ਉਹ ਯਾਰ ਖਾਂ ਫਿਰ ਕਹਿਣ ਲੱਗਾ, ਸਾਨੂੰ ਇੱਕ ਪਤਾ ਲੱਗ ਗਿਆ ਨਾ ਵੀ ਨਾਨਕ ਬਾਵਰੇ ਨਹੀਂ, ਨਾਨਕ ਝੱਲੇ ਨਹੀਂ, ਨਾਨਕ ਆਪਣੀ ਜਗ੍ਹਾ 'ਤੇ ਜੋ ਕਹਿੰਦੇ ਨੇ ਠੀਕ ਨੇ। ਤੇ ਫਿਰ ਇੱਦਾਂ ਕਰੀਏ, ਆਪਾਂ ਹੁਣ ਉਹ ਕੰਮ ਕਰੀਏ ਜੋ ਨਾਨਕ ਜੀ ਤੇ ਤੁਹਾਡੇ ਵਿੱਚ ਜੋ ਇੱਕ ਉਸ ਵਕਤ ਕਹਿੰਦੇ ਸੀ ਵਿਚੋਲਾ ਸ਼ਬਦ ਹੈ, ਜਿਹੜਾ ਬੰਦਾ ਨਾਨਕ ਜੀ ਦੇ ਤੇ ਤੁਹਾਡੇ ਵਿਚਕਾਰ ਵਿਚੋਲਾ ਹੈ, ਜੋ ਲਿੰਕ ਹੈ, ਉਹਨੂੰ ਬੁਲਾਓ ਤੇ ਉਹਦੇ ਸਨਮੁਖ ਗੱਲ ਕੀਤੀ ਜਾਏ। ਕਿਉਂਕਿ ਨਾਨਕ ਜੀ ਨੇ ਜਦੋਂ ਬਚਨ ਕੀਤਾ ਸੀ ਨਾਲ ਉਦੋਂ ਹੋਈ ਸੀ, ਉਹ ਸੀਗਾ ਬੁਲਾਵ ਹੋ ਜੈ ਰਾਮ ਬੂਝ ਤੇ ਲੀਜੀਏ, ਔਰ ਉਹ ਹੈ ਭਾਈਆ ਜੈ ਰਾਮ। ਇਸ ਕਰਕੇ ਭਾਈ ਕਚਹਿਰੀ ਵਿੱਚ ਜੈ ਰਾਮ ਨੂੰ ਪੇਸ਼ ਕਰਨ ਦਾ ਹੁਕਮ ਕਰੋ, ਤੇ ਉਹ ਤੋਂ ਬਾਅਦ ਆਪਾਂ ਅਗਲਾ ਫੈਸਲਾ ਕਰਾਂਗੇ।
ਜੇ ਬਿਦ ਬਦ ਹੈ ਬਦਨ ਆਪ ਤੇ ਬਦ ਕਰੋ। ਤੇ ਜੈਰਾਮ ਸਿਆਣਾ ਅਫਸਰ ਹੈ, ਪੜ੍ਹਿਆ ਲਿਖਿਆ ਵਿਦਵਾਨ ਹੈ, ਨਾਨਕ ਜੀ ਦੇ ਬਾਬਤ ਵੀ ਸਭ ਕੁਝ ਜਾਣਦਾ ਹੈ ਤੇ ਨਾਨਕ ਜੀ ਦੇ ਘਰ ਦਾ ਸਰਬਰਾਹ ਵੀ ਆਪ ਹੈ। ਇਸ ਕਰਕੇ ਰਕਮ ਜੈਰਾਮ ਦੇ ਕਹਿਣ ਮੁਤਾਬਕ ਕੀਤੀ ਜਾਏ। ਹੋ ਪ੍ਰਬਲ ਲੋਭ ਤੁਮ ਨਾਹੇ ਪਰ ਬਿਤੰਗ ਪਰ ਹਰੋ। ਨਵਾਬ ਸਾਹਿਬ ਤੁਹਾਡੇ ਵਿੱਚ ਵੀ ਲਾਲਚ ਨਹੀਂ ਗਾ। ਤੇ ਜਿੱਥੋਂ ਤੱਕ ਜੈਰਾਮ ਦਾ ਖਿਆਲ ਹੈ, ਜੈਰਾਮ ਦੇ ਬਾਬਤ ਸਰਕਾਰੀ ਰਿਪੋਰਟ ਹੈ ਕਿ ਉਹ ਬੰਦਾ ਨਿਹਾਇਤ ਇਮਾਨਦਾਰ ਹੈ ਤੇ ਆਪਣੇ ਆਦਰਸ਼ਾਂ ਤੇ ਆਪਣੇ ਬਚਨਾਂ ਤੇ ਟਿਕਿਆ ਹੋਇਆ ਸੱਚਾ ਸੁੱਚਾ ਬੰਦਾ ਹੈ। ਜਿਵੇਂ ਉਹ ਕਹੇ ਉਵੇਂ ਇਸੇ ਤਰ੍ਹਾਂ ਅੱਗੇ ਕੀਤਾ। ਜੇ ਆਪਾਂ ਅੱਗੇ ਵਾਚਾਂਗੇ ਕਿ ਭਾਈਆ ਜੈਰਾਮ ਜੀ ਨੂੰ ਕਚਹਿਰੀ 'ਚ ਹਾਜ਼ਰ ਹੋਣ ਦਾ ਹੁਕਮ ਚੜ੍ਹਦਾ ਹੈ। ਭਾਈਆ ਜੀ ਜਾਂਦੇ ਨੇ, ਕੀ ਗੱਲਾਂ ਬਾਤਾਂ ਕੀ ਕੁਝ ਹੁੰਦੀਆਂ ਅਗਲੀ ਸਾਖੀ ਸਮੇਂ ਦੇ ਮੁਤਾਬਕ ਆਪਾਂ ਵਿਚਾਰ ਕਰਾਂਗੇ। ਇਤਨੇ ਕੁ ਬਚਨ ਪ੍ਰਵਾਨ ਕਰਨਾ ਭੁੱਲ ਚੁੱਕ ਦੀ ਖਿਮਾ। ਆਸੀਸ ਅਤੇ ਪਿਆਰ ਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।